ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ, ਮੈਨੇਜਿੰਗ ਡਾਇਰੈਕਟਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਸਭ ਤੋਂ ਪਹਿਲਾਂ ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ, ਮੇਰੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਮੇਰੀਆਂ ਸ਼ੁਭ ਕਾਮਨਾਵਾਂ ਉਹਨਾਂ ਸਟੂਡੈਂਟਸ ਨਾਲ ਜਿਹੜੇ ਅੱਜ ਕੱਲ੍ਹ ਬੋਰਡ ਦੇ ਐਗਜ਼ਾਮਸ ਦੇ ਥਰੂ ਹੋ ਰਹੇ ਨੇ, ਜਿਨ੍ਹਾਂ ਨੇ +2 ਦੇ ਐਗਜ਼ਾਮ ਸ਼ੁਰੂ ਹੋ ਚੁੱਕੇ ਨੇ। ਉਮੀਦ ਕਰਦਾ ਕਿ ਤੁਸੀਂ ਬਹੁਤ ਮਿਹਨਤ ਕੀਤੀ ਹੋਵੇਗੀ ਅਤੇ ਹੁਣ ਤੁਸੀਂ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਆਪਦੇ ਐਗਜ਼ਾਮਸ ਕਲੀਅਰ ਕਰਕੇ ਚੰਗੇ ਨੰਬਰਾਂ ਦੇ ਨਾਲ ਅਤੇ ਆਪਦੇ ਅਗਲੀ ਫਰਦਰ ਐਜੂਕੇਸ਼ਨ ਲਈ ਤੁਸੀਂ ਪਲਾਨ ਕਰੋਗੇ। ਪਰ ਜਿਹੜਾ ਸਮਾਂ ਚੱਲ ਰਿਹਾ, ਮੇਨ ਫੋਕਸ ਤੁਹਾਡਾ ਸਿਰਫ ਅਤੇ ਸਿਰਫ ਐਗਜ਼ਾਮਸ ਦੇ ਵਿੱਚੋਂ ਚੰਗੇ ਨੰਬਰ ਲੈਣਾ ਹੀ ਹੋਊਗਾ। ਉਸ ਤੋਂ ਬਾਅਦ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ, ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤਾਂ ਉਹਦੇ ਵੱਲ ਧਿਆਨ ਦਿਓ। ਫਿਲਹਾਲ ਫॉर द ਟਾਈਮ ਬੀਇੰਗ ਤੁਸੀਂ ਹਰ ਚੀਜ਼ ਨਾਲੋਂ ਆਪਦਾ ਨਾਤਾ ਤੋੜ ਦਿਓ। ਸਿਰਫ ਅਤੇ ਸਿਰਫ ਫੋਕਸ ਤੁਸੀਂ ਆਪਦੇ ਐਗਜ਼ਾਮਸ ਵੱਲ ਰੱਖੋ। ਕੋਈ ਲੋੜ ਨਹੀਂ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਕੋਲੇ ਜਾਣ ਦੀ, ਕੋਈ ਲੋੜ ਨਹੀਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਬਾਰੇ, ਆਇਲਸ ਬਾਰੇ ਸੋਚਣ ਦੀ। ਫਿਲਹਾਲ ਸਿਰਫ ਅਤੇ ਸਿਰਫ ਤੁਹਾਡਾ ਸਭ ਤੋਂ ਮੇਨ ਮਨੋਰਥ ਹੋਣਾ ਚਾਹੀਦਾ ਚੰਗੇ ਨੰਬਰਾਂ ਦੇ ਨਾਲ ਪਾਸ ਹੋਣਾ। ਇਹ ਤਾਂ ਸੀ ਉਹਨਾਂ ਵਿਦਿਆਰਥੀਆਂ ਲਈ ਜਿਹੜੇ ਐਗਜ਼ਾਮਸ 'ਚ ਅਪੀਅਰ ਹੋ ਰਹੇ ਨੇ, ਜਿਨ੍ਹਾਂ ਦੇ +2 ਦੇ ਐਗਜ਼ਾਮ ਬੋਰਡ ਦੀ ਐਜੂਕੇਸ਼ਨ ਚੱਲ ਰਹੀ ਆ। ਦੂਸਰਾ ਜਿਹੜੀ ਸਭ ਤੋਂ ਮੇਨ ਕੁਐਸਚਨ ਮੇਰੇ ਤੋਂ ਪੁੱਛਿਆ ਜਾ ਰਿਹਾ ਹੈ, ਉਹ ਇਹ ਪੁੱਛਿਆ ਜਾ ਰਿਹਾ ਕਿ ਵਰਕ ਪਰਮਿਟ ਕੀ ਆ, ਕੀ ਇਹ ਲੱਗਦਾ ਆ, ਕੀ ਇਹਦੇ ਵਿੱਚ ਸਿਰਫ ਧੋਖਾ ਹੀ ਹੁੰਦਾ ਜਾਂ ਇਹ ਇੱਕ ਸੱਚੀ ਕੋਈ ਪ੍ਰੋਸੈਸ ਹੈਗਾ? ਜੇ ਹੈ ਤਾਂ ਉਹ ਕਿਸ ਤਰੀਕੇ ਨਾਲ ਆ? ਦੇਖੋ, ਵਰਕ ਪਰਮਿਟ ਕੋਈ ਧੋਖਾ ਨਹੀਂ ਆ, ਪਰ ਵਰਕ ਪਰਮਿਟ ਦੇ ਵਿੱਚ ਧੋਖੇ ਇਹ ਨਹੀਂ ਕਿਹਾ ਜਾ ਸਕਦਾ ਕਿ ਕੋਈ ਇੱਕ ਕੈਟਾਗਰੀ ਹੈ ਨਹੀਂ ਜਾਂ ਕੋਈ ਪ੍ਰੋਸੈਸ ਨਹੀਂ ਹੈਗਾ। ਇਹ ਬਿਲਕੁਲ ਇੱਕ ਪ੍ਰੋਸੈਸ ਆ, ਸਭ ਕੁਝ ਸਹੀ। ਇਹਦੇ ਦੌਰਾਨ ਇਹਦੇ ਥਰੂ ਤੁਸੀਂ ਕੈਨੇਡਾ ਪਹੁੰਚ ਸਕਦੇ ਹੋ ਕੰਮ ਦੇ ਲਈ। ਪਰ ਇਹਦੇ ਵਿੱਚ ਧੋਖੇ ਦੀ ਗੁੰਜਾਇਸ਼ ਇਸ ਲਈ ਵੱਧ ਜਾਂਦੀ ਆ ਕਿ ਇਹਨਾਂ ਐਡਵਰਟੀਜ਼ਮੈਂਟਸ ਰਾਹੀਂ ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਜੋ ਅਕੈਡਮਿਕਲੀ ਉਨੇ ਸਟਰੋਂਗ ਨਹੀਂਗੇ, ਜਿਨ੍ਹਾਂ ਨੂੰ ਆਪਾਂ ਕਹਿ ਦਈਏ ਵੀ ਪੜ੍ਹੇ ਲਿਖੇ ਨਹੀਂਗੇ ਉਨਾ ਜ਼ਿਆਦਾ। ਤਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਸਾਡੇ ਆਫਿਸ ਆਓ, ਉਹਦਾ ਪਾਸਪੋਰਟ ਰੱਖ ਜਾਓ ਅਤੇ ਅਸੀਂ ਤੁਹਾਨੂੰ ਵੀਜ਼ਾ ਲੈ ਕੇ ਦੇ ਦਿਆਂਗੇ। ਮੈਂ ਜੋ ਅੱਜ ਦਾ ਸੈਸ਼ਨ ਰੱਖਿਆ ਕਿ ਆਪਾਂ ਜੇ ਵਰਕ ਪਰਮਿਟ ਤੁਸੀਂ ਆਪਦਾ ਅਪਲਾਈ ਕਰ ਰਹੇ ਹੋ ਤਾਂ ਕਿਹੜੀਆਂ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਣਾ। ਨੰਬਰ 1, ਜਦੋਂ ਤੁਸੀਂ ਵਰਕ ਪਰਮਿਟ ਦੀ ਐਡ ਦੇਖਦੇ ਹੋ ਅਤੇ ਤੁਸੀਂ ਕਿਸੇ ਕਾਉਂਸਲਰ ਕੋਲੇ ਜਾਂ ਇਮੀਗ੍ਰੇਸ਼ਨ ਕੰਸਲਟੈਂਟ ਕੋਲੇ ਵਰਕ ਪਰਮਿਟ ਲੈਣ ਲਈ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਉਹਨਾਂ ਤੋਂ ਇਹ ਪੁੱਛਣਾ ਹੈ ਕਿ ਵਰਕ ਪਰਮਿਟ ਕਿਹੜੀ ਕੰਪਨੀ ਦਾ ਜਾਂ ਕਿਹੜੇ ਫਾਰਮ ਦਾ ਵਾ, ਜਾਂ ਮੈਂ ਕੀ ਕੰਮ ਕਰੂੰਗਾ, ਤਾਂ ਉਸ ਦਾ ਮੈਨੂੰ ਪ੍ਰੋਪਰ ਐਡਰੈਸ ਚਾਹੀਦਾ। ਮਤਲਬ ਕਿ ਕੰਪਨੀ ਦੀ ਐਗਜ਼ਿਸਟੈਂਸ, ਕੰਪਨੀ ਦਾ ਫ਼ੋਨ ਨੰਬਰ, ਜਿਹਦੇ ਵਿੱਚ ਸੈੱਲ ਫੋਨ ਨੰਬਰ ਨਹੀਂ, ਲੈਂਡਲਾਈਨ ਫ਼ੋਨ ਨੰਬਰ ਹੋਣਾ ਚਾਹੀਦਾ। ਦੂਸਰੀ ਚੀਜ਼ ਉਹ ਤੋਂ ਪੁੱਛਣਾ ਹੈ ਕਿ ਜਿਹੜਾ ਤੁਸੀਂ ਮੈਨੂੰ LMIA ਦੇ ਰਹੇ ਹੋ, ਵਰਕ ਪਰਮਿਟ 'ਤੇ ਕੇਸ ਅਪਲਾਈ ਕਰਨ ਦੇ ਲਈ ਕੈਨੇਡਾ ਗੌਰਮੈਂਟ ਵੱਲੋਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਨਾਂ ਦੀ ਇੱਕ ਲੈਟਰ ਰੱਖੀ ਗਈ ਹੈ, ਜਿਹਨੂੰ ਅਸੀਂ ਆਫਰ ਜੋਬ ਲੈਟਰ ਕਹਿੰਦੇ ਆ। ਉਹ ਤੁਹਾਡੇ ਨਾਂ 'ਤੇ ਅਪਰੂਵ ਹੋ ਕੇ ਆਉਂਦੀ ਹੈ। ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਲਾਉਂਦੇ ਆ ਤਾਂ ਤੁਸੀਂ ਉਹ ਤੋਂ ਪੁੱਛਣਾ ਕਿ ਪ੍ਰੀ ਅਪਰੂਵਡ ਨੇ ਜਾਂ ਅਪਰੂਵ ਹੋਣਾ ਹਜੇ ਭੇਜਣਾ ਤੁਸੀਂ। ਜੇ ਅਪਰੂਵਲ ਲਈ ਭੇਜਣੇ ਆ ਤਾਂ ਕਮ ਸੇ ਕਮ 4 ਤੋਂ 6 ਮਹੀਨੇ ਦਾ ਪ੍ਰੋਸੈਸ ਤਾਂ ਕੈਨੇਡਾ HRSD ਹਿਊਮਨ ਰਿਸੋਰਸ ਸੋਸ਼ਲ ਡਿਵੈਲਪਮੈਂਟ ਜਿਹੜੀ ਉੱਥੇ ਬੋਡੀ ਬਣੀ ਹੋਈ ਆ ਕੈਨੇਡੀਅਨ ਗੌਰਮੈਂਟ ਵੱਲੋਂ, ਜਿਹੜੀ ਅਪਰੂਵਲ ਦਿੰਦੀ ਆ, ਉਹ ਲਊਗੀ ਘੱਟੋ ਘੱਟ 4 ਤੋਂ 6 ਮਹੀਨੇ। ਉਸ ਤੋਂ ਬਾਅਦ ਤੁਸੀਂ ਤੁਹਾਡਾ LMIA ਤੁਹਾਡੇ ਨਾਂ 'ਤੇ ਬਣ ਕੇ ਇੰਡੀਆ ਆਊਗਾ। ਫਿਰ ਤੁਸੀਂ ਆਪਦਾ ਜੋ ਉਹਦੇ ਲਈ ਬੇਸਿਕ ਰਿਕੁਆਇਰਮੈਂਟ ਹੋਣਗੀਆਂ, ਤੁਹਾਡਾ ਐਕਸਪੀਰੀਅੰਸ, ਤੁਹਾਡੀ ਅਕੈਡਮਿਕ ਐਜੂਕੇਸ਼ਨ ਕਿੰਨੀ ਚਾਹੀਦੀ ਆ, ਪੋਸਟ ਕੰਟਰੀ ਡਿਪਲੋਮਾ ਚਾਹੀਦਾ ਜਾਂ ਕੁਛ ਆਇਲਸ ਦੀ ਕੋਈ ਰਿਕੁਆਇਰਮੈਂਟ ਹੈਗੀ ਹੈ ਜਾਂ ਨਹੀਂ ਹੈਗੀ, ਉਹਦੇ ਥਰੂ ਤੁਹਾਨੂੰ ਇਮੀਗ੍ਰੇਸ਼ਨ ਕੰਸਲਟੈਂਟ ਤੁਹਾਡਾ ਦੱਸੂਗਾ। ਉਹ ਸਾਰੇ ਡਾਕੂਮੈਂਟੇਸ਼ਨ ਪ੍ਰੋਪਰ ਇੱਧਰੋਂ ਕਰਕੇ ਤੁਸੀਂ ਆਪਦੀ ਐਮਬੈਸੀ ਭੇਜੋਗੇ ਫਾਈਲ। ਜਦੋਂ ਤੁਸੀਂ ਜੇ ਕੋਈ ਤੁਹਾਡਾ ਇਮੀਗ੍ਰੇਸ਼ਨ ਕੰਸਲਟੈਂਟ ਇਹ ਕਹਿੰਦਾ ਕਿ ਤੂੰ ਬਸ ਪਾਸਪੋਰਟ ਰੱਖ ਜਾ, ਇੰਨੇ ਪੈਸੇ ਮੈਂ ਤੁਹਾਡੇ ਤੋਂ ਬਾਅਦ 'ਚੋਂ ਲੈ ਲੂੰਗਾ ਜਿੱਦਣ ਤੇਰਾ ਵੀਜ਼ਾ ਲਵਾਤਾ, ਉਸ ਤੋਂ ਬਾਅਦ ਬਸ ਤੂੰ ਵੀਜ਼ਾ ਲੈਣ ਹੀ ਆਉਣਾ ਆ, ਤਾਂ ਉਹ ਗੱਲਾਂ ਕਿਤੇ ਨਾ ਕਿਤੇ ਧੋਖੇ ਵਾਲੀਆਂ ਨੇ। ਰੈਗੂਲਰ ਤੁਹਾਡਾ ਇਮੀਗ੍ਰੇਸ਼ਨ ਕੰਸਲਟੈਂਟ ਤੁਹਾਡੇ ਨਾਲ ਇਨ ਟੱਚ ਰਹਿਣਾ ਚਾਹੀਦਾ। ਕਿਵੇਂ ਰਹਿਣਾ ਚਾਹੀਦਾ? ਪਹਿਲੀ ਗੱਲ ਤਾਂ ਇਹ ਹੈ ਵੀ ਉਹ ਤੁਹਾਡੀ ਜੋਬ ਆਫਰ ਦਿਖਾਵੇ, ਤੁਹਾਨੂੰ ਕੰਪਨੀ ਬਾਰੇ ਦੱਸੇ ਵੀ ਤੁਹਾਡੀ ਕੰਪਨੀ ਕਿੱਥੇ ਆ, ਕਿੱਥੇ ਐਗਜ਼ਿਸਟ ਕਰਦੀ ਆ, ਉਹਦਾ ਫ਼ੋਨ ਨੰਬਰ, ਲੈਂਡਲਾਈਨ ਨੰਬਰ ਕੀ ਆ, ਕਿੰਨੇ ਟਾਈਮ ਤੋਂ ਉਹ ਉੱਥੇ ਬਣੀ ਹੋਈ ਆ, ਕਿੰਨੇ ਹੁਣ ਤੱਕ ਉਹਨਾਂ ਨੇ ਲੋਕ ਸੱਦੇ ਹੋਏ ਨੇ, ਜਾਂ ਇਹ ਸਾਰੀਆਂ ਚੀਜ਼ਾਂ ਜੋ ਤੁਸੀਂ ਛਾਣਬੀਣ ਦੌਰਾਨ ਆਪਦੇ ਕੁਐਸਚਨ ਤੁਸੀਂ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਪੁੱਛ ਸਕਦੇ ਹੋ। ਨੰਬਰ 2 ਤੇ ਜਿਹੜੀ ਤੁਸੀਂ ਚੀਜ਼ ਦਾ ਧਿਆਨ ਰੱਖਣਾ ਕਿ ਜਦੋਂ ਤੁਹਾਡੀ ਫਾਈਲ ਐਮਬੈਸੀ ਦੇ ਵਿੱਚੋਂ ਲੌਜ ਕਰਦਾ ਤਾਂ ਤੁਹਾਡਾ ਫਾਈਲ ਨੰਬਰ, ਜਿਹਦੇ ਨਾਲ ਤੁਸੀਂ ਆਪਦੀ ਫਾਈਲ ਨੂੰ ਟਰੈਕ ਕਰ ਸਕੋ, ਜਿਹਨੂੰ ਅਸੀਂ ਟਰੈਕਿੰਗ ID ਕਹਿੰਦੇ ਆ। ਜਦੋਂ ਤੁਸੀਂ ਫਾਈਲ ਆਪਦੀ ਅਪਲਾਈ ਕਰ ਦਿੰਦੇ ਆ ਤਾਂ ਹਰੇਕ ਫਾਈਲ ਦਾ ਇੱਕ ਟਰੈਕਿੰਗ ID ਜਨਰੇਟ ਹੁੰਦਾ, ਜੋ ਤੁਸੀਂ ਆਨਲਾਈਨ CIC ਦੀ ਸਾਈਟ 'ਤੇ ਜਾ ਕੇ ਤੁਸੀਂ ਉਹਨੂੰ ਟਰੈਕ ਕਰ ਸਕਦੇ ਹੋ, ਦੇਖ ਸਕਦੇ ਹੋ ਕਿ ਸਾਡੀ ਫਾਈਲ ਕਿੱਥੇ ਖੜੀ ਆ, ਕਿਉਂਕਿ ਉਹ ਤੁਹਾਨੂੰ ਨਾਲ ਦੀ ਨਾਲ ਦੱਸਦੇ ਰਹਿੰਦੇ ਇਨ ਪ੍ਰੋਸੈਸ ਆ ਜੀ, ਡਿਸੀਜਨ ਮੇਡ ਆ ਜੀ, ਤੁਹਾਡਾ ਪਾਸਪੋਰਟ ਡਿਸਪੈਚ ਕਰ ਦਿੱਤਾ ਗਿਆ ਆ। ਜਦੋਂ ਪਾਸਪੋਰਟ ਡਿਸਪੈਚ ਹੋ ਜਾਂਦਾ, ਪਾਸਪੋਰਟ ਤੁਹਾਨੂੰ ਜਦੋਂ ਤੁਹਾਡਾ ਕੰਸਲਟੈਂਟ ਤੁਹਾਨੂੰ ਦੱਸਦਾ ਹੈ ਕਿ ਤੁਹਾਡਾ ਪਾਸਪੋਰਟ ਡਿਸਪੈਚ ਹੋ ਚੁੱਕਿਆ ਤੇ ਲੈ ਜਾਓ ਪਾਸਪੋਰਟ ਆ ਕੇ, ਉਹ ਇਕੱਲਾ ਪਾਸਪੋਰਟ ਨਹੀਂ ਹੋਊਗਾ, ਨਾਲ ਦੀ ਨਾਲ CIC ਵੱਲੋਂ ਇੱਕ ਅਪਰੂਵਲ ਲੈਟਰ ਵੀ ਤੁਹਾਨੂੰ ਦਿੱਤੀ ਜਾਊਗੀ, ਜਿਹੜੀ ਕਿ CIC ਤੋਂ ਡਾਇਰੈਕਟ ਤੁਹਾਡੀ ਜਿਹੜੀ ਈਮੇਲ ID ਤੁਹਾਡੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਉੱਥੇ ਭਰੀ ਹੋਊਗੀ, ਉਹ ਉੱਤੇ ਜਨਰੇਟ ਹੋਊਗੀ, ਅਤੇ ਉਹ ਤੁਸੀਂ
ਨਾਲ ਚਾਹੀਦੀ ਹੋਊਗੀ, ਜੀ ਤੋਂ ਤੁਸੀਂ ਇਹ ਜੇ 2-4 ਚੀਜ਼ਾਂ ਦਾ ਵੀ ਤੁਸੀਂ ਧਿਆਨ ਰੱਖ ਲਓਗੇ ਤਾਂ ਕੋਈ ਵੀ ਇਨਸਾਨ ਤੁਹਾਡੇ ਨਾਲ ਧੋਖਾ ਨਹੀਂ ਕਰ ਸਕੂਗਾ। ਜੇ ਅਸੀਂ ਸਿਰਫ ਤੇ ਸਿਰਫ ਇਹੀ ਕਹਿ ਦਾਂਗੇ ਕਿ ਅਗਲਾ ਕਹਿ ਦਿੰਦਾ ਇਹ ਵੀਜ਼ਾ ਦੇ ਦਿੰਦੇ ਆ ਜੀ ਤਾਂ ਤੁਸੀਂ ਸਾਨੂੰ ਇੰਨੇ ਪੈਸੇ ਬਾਅਦ 'ਚੋਂ ਦੇਣੇ ਨੇ, ਤਾਂ ਆਪਾਂ ਸਿਰਫ ਉਹ 'ਤੇ ਵਿਸ਼ਵਾਸ ਰੱਖ ਕੇ ਅੱਗੇ ਆਪਦਾ ਕੇਸ ਪ੍ਰੋਸੈਸ ਕਰ ਦਿੰਦੇ ਹਾਂ, ਇਨ ਟੱਚ ਹੀ ਨਹੀਂ ਰਹਿੰਦੇ। ਸਿਰਫ ਤੇ ਸਿਰਫ ਆਪਾਂ ਇਸੇ ਖੁਸ਼ੀ 'ਚ ਹੀ ਖੀਵੇ ਹੋਏ ਰਹਿੰਦੇ ਹਾਂ ਕਿ ਸਾਡਾ ਤਾਂ ਵੀਜ਼ਾ ਆਉਣ ਵਾਲਾ। ਉਹ ਚੀਜ਼ ਕਿਤੇ ਨਾ ਕਿਤੇ ਸਾਨੂੰ ਧੋਖੇ ਦੇ ਰਾਹ 'ਤੇ ਲੈ ਜਾਂਦੀ ਹੈ। ਸਭ ਤੋਂ ਇੰਪੋਰਟੈਂਟ ਪਾਰਟ ਤੁਸੀਂ ਧਿਆਨ 'ਚ ਰੱਖਣਾ ਹੈ ਕਿ ਆਪਦੇ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਰੈਗੂਲਰ ਇਨ ਟੱਚ। ਤੁਹਾਡੇ ਫਾਈਲ ਦਾ ਜਿਹੜਾ ਪ੍ਰੋਸੈਸ ਆ ਉਹ ਤਰੀਕੇ ਨਾਲ ਹੋਣਾ ਚਾਹੀਦਾ। ਸਭ ਤੋਂ ਪਹਿਲਾਂ LMIA ਤੁਹਾਡੇ ਨਾਂ 'ਤੇ ਆਉਣੀ ਚਾਹੀਦੀ ਆ। ਉਸ ਤੋਂ ਬਾਅਦ ਤੁਸੀਂ ਕੰਪਨੀ ਦੀ ਆਪ ਖੁਦ ਰਿਸਰਚ ਕਰੋ, ਚਾਹੇ ਤੁਸੀਂ ਆਨਲਾਈਨ ਜਾ ਕੇ ਕਰੋ, ਉਹਨਾਂ ਨੂੰ ਫੋਨ ਕਾਲ ਕਰੋ, ਜਾਂ ਤੁਸੀਂ ਆਪਦੇ ਕਿਸੇ ਕੈਨੇਡੀਅਨ ਰਿਸ਼ਤੇਦਾਰ ਦੋਸਤ ਨੂੰ ਉੱਥੇ ਭੇਜੋ ਵੀ ਤੁਸੀਂ ਇਹ ਪ੍ਰੋਸੈਸ ਚਲਾ ਰਹੇ ਹੋ ਜਾਂ ਕਰ ਰਹੇ ਹੋ ਜਾਂ ਨਹੀਂ ਕਰ ਰਹੇ। ਇਹਨਾਂ ਸਾਰੀਆਂ ਚੀਜ਼ਾਂ ਵੱਲ ਖਾਸ ਧਿਆਨ ਦੇ ਕੇ। ਤੇ ਦੂਸਰੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਆ ਉਹ ਕਿ ਜਦੋਂ ਤੁਹਾਡੀ ਫਾਈਲ ਅੰਬੈਸੀ ਜਾਊਗੀ, ਤੁਹਾਡੀ ਮੰਨ ਲਓ ਫਾਈਲ ਅੰਬੈਸੀ ਦੇ ਵਿੱਚ ਗਈ ਹੈ, ਤਾਂ ਤੁਹਾਡਾ ਜਿਹੜਾ ਉਹ ਟਰੈਕਿੰਗ ID ਜਨਰੇਟ ਹੋਣੀ ਜੀ, ਤਾਂ ਤੁਸੀਂ ਆਪਦਾ ਨਾਂ, ਆਪਦਾ ਗੋਤ, ਆਪਦੀ ਡੇਟ ਆਫ ਬਰਥ ਤੇ ਆਪਦੀ ਉਹ ਟਰੈਕਿੰਗ ID ਜਦੋਂ ਪਾਉਂਗੇ ਤਾਂ ਤੁਹਾਡਾ ਉਹ ਸਾਰਾ ਤੁਹਾਨੂੰ ਟਰੈਕ ਦਿਸੂਗਾ, ਤੁਹਾਡਾ ਪੋਰਟਲ ਦਿਸੂਗਾ ਅੰਬੈਸੀ ਦੇ ਵਿੱਚ ਜਿਹੜਾ ਬਣਿਆ ਹੋਊਗਾ। ਉਹ ਤੋਂ ਤੁਸੀਂ ਆਪਦੀ ਫਾਈਲ ਨੂੰ ਦੇਖ ਸਕੋਗੇ ਕਿ ਤੁਹਾਡੀ ਫਾਈਲ ਨਾਲ ਅੰਬੈਸੀ ਕੀ ਕਰ ਰਹੀ ਆ। ਜਦੋਂ ਡਿਸਪੈਚ ਹੋ ਜਾਂਦਾ ਤਾਂ ਉਸ ਤੋਂ ਬਾਅਦ ਜੇ ਵੀਜ਼ਾ ਲੱਗ ਕੇ ਆਉਂਦਾ ਵਾਹਿਗੁਰੂ ਦੀ ਕਿਰਪਾ ਨਾਲ, ਤਾਂ ਤੁਹਾਡੀ ਵੀਜ਼ਾ ਦੀ ਸਟੈਂਪ ਦੇ ਨਾਲ ਇੱਕ ਅਪਰੂਵਲ ਲੈਟਰ, ਇਹ 2 ਚੀਜ਼ਾਂ ਤੁਸੀਂ ਆਪਦੇ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਮੰਗਣੀਆਂ ਨੇ। ਜੇ ਉਹ ਇਹ ਸਾਰੀਆਂ ਚੀਜ਼ਾਂ ਕਰਦਾ ਆ, ਤੁਹਾਨੂੰ ਟਰੈਕਿੰਗ ID ਦਿੰਦਾ, ਉਸ ਤੋਂ ਬਾਅਦ ਜਦੋਂ ਤੁਸੀਂ ਚੈੱਕ ਕਰਦੇ ਹੋ ਕਿ ਪਾਸਪੋਰਟ ਡਿਸਪੈਚ ਹੋ ਗਿਆ, ਉਸ ਤੋਂ ਬਾਅਦ ਵੀਜ਼ੇ ਦੇ ਨਾਲ ਤੁਹਾਨੂੰ, ਪਾਸਪੋਰਟ ਦੇ ਨਾਲ ਤੁਹਾਨੂੰ ਅਪਰੂਵਲ ਲੈਟਰ ਦਿੰਦਾ, ਤਾਂ ਬਹੁਤ ਘੱਟ ਚਾਂਸਸ ਹੁੰਦੇ ਆ ਕਿ ਕੋਈ ਤੁਹਾਡੇ ਨਾਲ ਧੋਖਾ ਕਰ ਸਕੇ। ਕਿਉਂਕਿ CIC ਵੱਲੋਂ ਜਨਰੇਟ ਕੀਤੀ ਗਈ ਈਮੇਲ ਕੋਈ ਉਹਨੂੰ ਵਟ ਵੀ ਕਾਲ ਦੈਟ ਉਹਨੂੰ ਫੈਬਰੀਕੇਟ ਨਹੀਂ ਕਰ ਸਕਦਾ ਜਾਂ ਉਹਨੂੰ ਮੈਨੀਪੂਲੇਟ ਨਹੀਂ ਕਰ ਸਕਦਾ। ਉਹ ਸੈਲਫ ਉੱਥੋਂ ਹੀ ਜਨਰੇਟ ਹੋ ਕੇ ਆਉਂਦੀ ਆ ਅਤੇ ਉਹਦੇ ਵਿੱਚ ਬਹੁਤ ਘੱਟ ਗੁੰਜਾਇਸ਼ ਹੁੰਦੀ ਆ, ਬਹੁਤ ਘੱਟ ਕਿ ਮਾਈਨਸ 'ਚ ਹੀ ਉਹਦੇ ਚਾਂਸ ਹੁੰਦੇ ਆ ਕਿ ਤੁਹਾਡੇ ਨਾਲ ਕੋਈ ਧੋਖਾ ਕਰ ਸਕੇ। ਵਰਕ ਪਰਮਿਟ ਲੱਗਦੇ ਨੇ, 100% ਲੱਗਦੇ ਨੇ, ਲਾ ਸਕਦੇ ਨੇ ਲੋਕ ਜਿਨ੍ਹਾਂ ਕੋਲ ਆਥੋਰਾਈਜ਼ਡ, ਜਿਨ੍ਹਾਂ ਕੋਲ LMIs ਨੇ, ਜਿਹੜੀਆਂ ਕੰਪਨੀ ਸਹੀ ਤਰੀਕੇ ਨਾਲ ਕੰਮ ਕਰਦੀਆਂ ਨੇ। ਪਰ ਜੇ ਆਪਾਂ ਸਿਰਫ ਇਹ ਸੋਚ ਲਈਏ ਕਿ ਐਡ ਬਹੁਤ ਵੱਡੀ ਆ ਗਈ ਅਤੇ ਹੁਣ ਅਸੀਂ ਉੱਥੇ ਪਾਸਪੋਰਟ ਸੈੱਟ ਕੇ ਜਿੰਨੇ ਉਹ ਪੈਸੇ ਮੰਗਣਗੇ, ਜਦੋਂ ਮੰਗਣਗੇ ਦੇ ਕੇ ਆ ਜਾਾਂਗੇ, ਤਾਂ ਉਹ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਨਾਲ ਬਾਅਦ 'ਚ ਧੋਖੇ ਦੀ ਜਿਹੜੀ ਗੁੰਜਾਇਸ਼ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਰੀਜ਼ਨ ਬਿਹਾਈਂਡ ਅਸੀਂ ਆਪ ਸੈਲਫ ਐਫਰਟਸ ਨਹੀਂ ਜਤਾਉਂਦੇ, ਅਸੀਂ ਆਪਦੇ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਇਨ ਟੱਚ ਨਹੀਂ ਰਹਿੰਦੇ। ਅਸੀਂ ਸਿਰਫ ਵੀਜ਼ਾ ਸੁਣ ਕੇ ਅਸੀਂ ਇੰਨੇ ਕੁ ਜ਼ਿਆਦਾ ਖੁਸ਼ ਹੋ ਜਾਂਦੇ ਹਾਂ ਕਿ ਸਾਨੂੰ ਇਹ ਲੱਗਦਾ ਕਿ ਸਾਹਮਣੇ ਵਾਲਾ ਇਨਸਾਨ ਰੱਬ ਆ, ਪਰਮਾਤਮਾ ਸਾਡੇ ਲਈ। ਇਹੋ ਜਿਹੀ ਚੀਜ਼ ਹੀ ਸਾਨੂੰ ਧੋਖੇ ਵੱਲ ਲੈ ਕੇ ਜਾਂਦੀ ਆ। ਆਪਾਂ ਖਾਸ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਹੈ। ਜੇ ਆਪਾਂ ਇਹ ਕਹਿ ਦਈਏ ਕਿ ਵਰਕ ਪਰਮਿਟ ਝੂਠ ਆ, ਨਹੀਂ, ਬਿਲਕੁਲ ਝੂਠ ਨਹੀਂ ਆ। CIC ਤੇ ਜਾ ਕੇ ਤੁਸੀਂ ਪੜ੍ਹ ਸਕਦੇ ਹੋ ਕਿ ਵਰਕ ਇਨ ਕੈਨੇਡਾ ਦਾ ਪ੍ਰੋਸੈਸ ਕੀ ਆ। ਉਹ ਤੁਹਾਨੂੰ ਸਾਰਾ ਦੱਸਣਗੇ ਕਿ ਕਿਸ ਤਰੀਕੇ ਨਾਲ ਤੁਸੀਂ ਵਰਕ ਕਰ ਸਕਦੇ ਹੋ, ਉਸ ਤੋਂ ਬਾਅਦ ਕਿੱਦਾਂ PR ਹੋ ਸਕਦੇ ਹੋ, ਉਸ ਤੋਂ ਬਾਅਦ ਕਿਹੋ ਜਿਹੇ ਵਰਕ ਪਰਮਿਟਸ ਤੁਹਾਨੂੰ PR ਵੱਲ ਲੈ ਕੇ ਜਾਂਦੇ ਨੇ। ਹਰੇਕ ਵਰਕ ਪਰਮਿਟ ਦੀ PR ਵੀ ਨਹੀਂ ਹੁੰਦੀ। ਕਿਹੜੇ ਵਰਕ ਪਰਮਿਟਸ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਵੱਲ ਲੈ ਕੇ ਜਾਂਦੇ ਨੇ, ਕੀ ਉਸ ਤੋਂ ਬਾਅਦ ਤੁਹਾਡੀ ਰਿਕੁਆਇਰਮੈਂਟ ਹੁੰਦੀ ਹੈ ਜਦੋਂ ਤੁਸੀਂ ਉੱਥੇ 9 ਮਹੀਨੇ, 10 ਮਹੀਨੇ ਜਾਂ ਸਾਲ ਕੰਮ ਕਰਨ ਤੋਂ ਬਾਅਦ ਤੁਸੀਂ ਕਿਹੜੀ ਜੌਬਸ ਦੇ ਅੰਡਰ ਤੁਸੀਂ PR ਪਾ ਸਕਦੇ ਹੋ, ਕਿੰਨੇ ਬੈਂਡ ਰਿਕੁਆਇਰਮੈਂਟ ਹੋ ਜਾਂਦੀ ਹੈ ਤੁਹਾਡੀ। ਉਹ ਸਾਰੀਆਂ ਚੀਜ਼ਾਂ ਨੂੰ ਪੜ੍ਹ ਕੇ, ਕਿਉਂਕਿ ਵੀਜ਼ਾ ਲੱਗਣ 'ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਵੀਜ਼ਾ ਲੱਗਣ 'ਤੇ ਗੱਲ ਖਤਮ ਨਹੀਂ ਹੁੰਦੀ, ਸ਼ੁਰੂ ਹੁੰਦੀ ਆ। ਹਰੇਕ ਵਰਕ ਪਰਮਿਟ PR ਵੱਲ ਨੂੰ ਨਹੀਂ ਜਾਂਦਾ, ਹਰੇਕ ਵਰਕ ਪਰਮਿਟ ਪਰਮਾਨੈਂਟ ਨਹੀਂ ਹੁੰਦਾ। ਉਸ ਤੋਂ ਬਾਅਦ ਜਿਹੜੀ ਵੀਜ਼ਾ ਵਰਕ ਪਰਮਿਟ ਦੀ ਐਕਸਟੈਂਸ਼ਨ ਆ ਉਹ ਤੁਸੀਂ ਬਾਰ-ਬਾਰ ਨਹੀਂ ਲੈ ਸਕਦੇ, ਉਹਦੀਆਂ ਵੀ ਲਿਮਿਟੇਸ਼ਨਸ ਹੁੰਦੀਆਂ ਨੇ ਕੁਝ। ਉਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਆਪਦਾ ਕੇਸ ਪ੍ਰੋਸੈਸ ਕਰੋ, ਕਿਉਂਕਿ ਬੜੀ ਵੱਡੀ ਹਿਊਜ ਅਮਾਊਂਟ ਤੁਹਾਡੇ ਤੋਂ ਚਾਰਜ ਕੀਤੀ ਜਾਂਦੀ ਆ ਵਰਕ ਪਰਮਿਟ ਦੇ ਨਾਂ 'ਤੇ। ਸਿਰਫ ਉਹਨਾਂ ਦੀ ਨਹੀਂ ਗੱਲ ਕਰ ਰਿਹਾ, ਜਿਹੜੇ ਗਲਤ ਕੰਮ ਕਰਦੇ ਨੇ, ਸਹੀ ਕੰਮ ਕਰਨ ਵਾਲੇ ਬੰਦੇ ਵੀ ਬੜੀ ਹਿਊਜ ਅਮਾਊਂਟ ਚਾਰਜ ਕਰਦੇ ਨੇ, ਕਿਉਂਕਿ ਇਹ ਸਾਰਾ ਇੱਕ ਚਲੋ ਕਿਸੇ ਨਾ ਕਿਸੇ ਤਰੀਕੇ ਨਾਲ ਸਿਸਟਮ ਹੋਊਗਾ। ਸਾਨੂੰ ਤਾਂ ਇਸ ਬਾਰੇ ਹਜੇ ਨੌਲੇਜ ਨਹੀਂ ਹੈਗੀ ਵੀ ਕਿਵੇਂ ਉਹ ਚੀਜ਼ਾਂ ਹੁੰਦੀਆਂ ਨੇ। ਪਰ ਹਾਂ, ਪ੍ਰੋਸੈਸ ਮੈਂ ਜ਼ਰੂਰ ਦੱਸ ਸਕਦਾ ਕਿ ਪ੍ਰੋਸੈਸ ਉਹਦਾ ਇਹ ਹੁੰਦਾ ਹੈ ਕਿ ਤੁਸੀਂ 3-4 ਪੁਆਇੰਟ ਧਿਆਨ 'ਚ ਰੱਖ ਲੈਣੇ ਆ। ਜਦੋਂ ਤੁਹਾਨੂੰ ਬੰਦੇ ਕੋਲ ਤੁਸੀਂ ਪਹਿਲਾਂ ਮਿਲਣ ਜਾਓ, ਉਹ ਤੁਹਾਨੂੰ ਕਿਹੜੀ ਕੰਪਨੀ 'ਚ ਭੇਜ ਰਿਹਾ, ਅੰਡਰ ਕਿਸ ਕੈਟਾਗਰੀ ਭੇਜ ਰਿਹਾ, ਕੀ ਉਹ ਕੰਪਨੀ ਕਿੱਥੇ ਐਗਜ਼ਿਸਟ ਕਰਦੀ ਹੈ, ਉਹਦਾ ਲੈਂਡਲਾਈਨ ਨੰਬਰ ਕਿੰਨਾ, ਉਹਦੇ ਬਾਰੇ ਵੈਰੀਫਾਈ ਕਰ ਲਓ, ਉਹਨੂੰ ਵੈਰੀਫਾਈ ਚੰਗੇ ਤਰੀਕੇ ਨਾਲ ਕਰ ਲਓ। ਉਸ ਤੋਂ ਬਾਅਦ ਜਦੋਂ LMIA ਬਣ ਕੇ ਆ ਜੇ ਉਹ ਕਹਿੰਦਾ ਪ੍ਰੀ ਅਪਰੂਵਡ ਪਈ ਆ ਤਾਂ ਮਹੀਨੇ 'ਚ ਹੀ ਆ ਜੂਗੀ ਤਕਰੀਬਨ। ਜੇ ਉਹ ਕਹਿੰਦਾ ਹਜੇ ਅਪਰੂਵਲ ਲੈਣੀ ਆ ਤਾਂ ਤਕਰੀਬਨ 4 ਤੋਂ 6 ਮਹੀਨੇ ਵੀ ਲੱਗ ਸਕਦੇ ਨੇ। ਉਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖੋ। ਜਦੋਂ LMIA ਆ ਜਾਂਦੀ ਹੈ, LMIA ਝੂਠੀ ਨਹੀਂ ਬਣ ਸਕਦੀ ਕਿ HRSDC ਦੀ ਸਾਈਟ 'ਤੇ ਜਾ ਕੇ ਤੁਸੀਂ ਉਹਨੂੰ ਚੈੱਕ ਕਰ ਸਕਦੇ ਆ। HRSDC ਸਾਈਟ 'ਤੇ ਜਾ ਕੇ ਤੁਸੀਂ ਉਹਨੂੰ ਵੈਰੀਫਾਈ ਕਰ ਸਕਦੇ ਕਿ LMIA ਓਰੀਜਨਲ ਹੈ ਕਿ ਨਹੀਂ ਆ। ਉਸ ਤੋਂ ਬਾਅਦ ਜਦੋਂ ਤੁਹਾਡੀ ਫਾਈਲ ਅੰਬੈਸੀ ਭੇਜੀ ਤਾਂ ਤੁਹਾਡਾ ਜਿਹੜਾ ਟਰੈਕਿੰਗ ID ਤੇ ਰੈਗੂਲਰ ਟਰੈਕ ਕਰੋ। ਜਦੋਂ ਤੁਹਾਡਾ
ਪਾਸਪੋਰਟ ਡਿਸਪੈਚ ਹੋ ਜਾਂਦਾ, ਜੇ ਤਾਂ ਰਿਫਿਊਜ਼ ਆ ਤਾਂ ਰਿਫਿਊਜ਼ਲ ਲੈਟਰ, ਜੇ ਵੀਜ਼ਾ ਹੈ ਤਾਂ ਅਪਰੂਵਲ ਲੈਟਰ। ਇਹ ਦੋ ਚੀਜ਼ਾਂ ਦੀ ਡਿਮਾਂਡ ਹਮੇਸ਼ਾ ਕਰਨੀ ਆ। ਜੇ ਇਹ ਦੋ ਚੀਜ਼ਾਂ ਤੁਹਾਨੂੰ ਉਹ ਦਿੰਦਾ ਆ ਤਾਂ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪਦੀ ਫਾਈਲ ਦੇ ਨਾਲ ਇਨ ਟੱਚ ਆ। ਸਿਰਫ ਇਸੇ ਨਸ਼ੇ 'ਚ ਨਹੀਂ ਫਿਰਦੇ ਕਿ ਸਾਡਾ ਤਾਂ ਵੀਜ਼ਾ ਆਉਣ ਵਾਲਾ, ਟੈਚੀ ਪੈਕ ਕਰੀਏ ਤੇ ਸ਼ਾਪਿੰਗਾਂ ਕਰੀਏ। ਇਹਨਾਂ ਚੀਜ਼ਾਂ ਨੂੰ ਧਿਆਨ ਪਾਸੇ ਕਰਕੇ ਸਿਰਫ ਤੇ ਸਿਰਫ ਇੱਕ ਪੜ੍ਹੇ ਲਿਖੇ ਇਨਸਾਨ, ਜਾਗਰੂਕ ਨੌਜਵਾਨ ਹੋ ਕੇ ਤੁਸੀਂ ਕਿਸੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਕੋਲ ਜਾਇਆ ਕਰੋ। ਥੋੜ੍ਹਾ ਜਿਹਾ ਐਫਰਟਸ ਆਪ ਵੀ ਜਤਾ ਲਿਆ ਕਰੋ, ਵਰਕਆਊਟ ਆਪ ਵੀ ਕਰ ਲਿਆ ਕਰੋ। ਫਿਰ ਧੋਖੇ ਦੀ ਜਿਹੜੀ ਗੁੰਜਾਇਸ਼ ਆ ਉਹ ਬਹੁਤ ਜ਼ਿਆਦਾ ਘਟ ਜਾਂਦੀ ਆ। ਫਿਰ ਸਾਨੂੰ ਬਾਅਦ 'ਚ ਪਛਤਾਉਣਾ ਨਹੀਂ ਪੈਂਦਾ, ਰੋਣਾ ਨਹੀਂ ਪੈਂਦਾ। ਫਿਰ ਹੋਰ ਆਪਾਂ ਫਿਰ ਮੀਡੀਆ ਸੱਦਦੇ ਹਾਂ, ਪੁਲਿਸ ਕੇਸ ਕਰਦੇ ਹਾਂ, 100 ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਪਰ ਉਹਦੇ 'ਚੋਂ ਨਿਕਲਦਾ ਕੁਛ ਨਹੀਂ। ਪਰ ਆਪਾਂ ਸਿਰਫ ਤੇ ਸਿਰਫ ਇਸ ਚੀਜ਼ਾਂ ਲਈ ਫੋਕਸ ਰਹੀਏ ਕਿ ਬੜੇ ਹੀ ਜਾਗਰੂਕ ਹੋ ਕੇ ਧਿਆਨ ਦੇ ਨਾਲ ਆਪਦਾ ਕੇਸ ਨੂੰ ਪ੍ਰੋਸੈਸ ਕਰੀਏ। ਦੂਸਰਾ ਜਿਹੜਾ ਓਪਨ ਵਰਕ ਪਰਮਿਟ ਦੀ ਗੱਲ ਆ, ਓਪਨ ਵਰਕ ਪਰਮਿਟ ਦੇ ਵਿੱਚ ਕੋਈ LMIA ਨਹੀਂ ਚਾਹੀਦੀ, ਕੋਈ ਲੇਬਰ ਮਾਰਕੀਟ ਓਪੀਨੀਅਨ ਇੰਪੈਕਟ ਅਸੈਸਮੈਂਟ ਨਹੀਂ ਚਾਹੀਦਾ, ਕੋਈ ਤੁਹਾਨੂੰ ਜੌਬ ਆਫਰ ਨਹੀਂ ਚਾਹੀਦੀ, ਕੋਈ ਹਿਊਜ ਅਮਾਊਂਟ ਸਪੈਂਡ ਕਰਨ ਦੀ ਲੋੜ ਨਹੀਂ ਪੈਂਦੀ, 8 ਲੱਖ 10 ਲੱਖ 15 ਲੱਖ। ਉਹ ਸਭ ਗੱਲਾਂ ਝੂਠ ਨੇ। ਜੇ ਤੁਹਾਡੇ ਸਪਾਊਸ ਨੂੰ ਕੈਨੇਡਾ ਪੜ੍ਹ ਰਿਹਾ ਆ, ਚੰਗੇ ਤਰੀਕੇ ਨਾਲ ਪੜ੍ਹ ਰਿਹਾ, ਤਾਂ ਤੁਹਾਡੇ ਕੋਲੇ ਸਾਰੇ ਰਿਲੇਸ਼ਨਸ਼ਿਪ ਪ੍ਰੂਫਸ ਹੈਗੇ ਆ, ਤੁਹਾਡੇ ਫਾਈਨੈਂਸ਼ੀਅਲ ਪ੍ਰੂਫਸ ਹੈਗੇ, ਤਾਂ ਤੁਸੀਂ ਆਪਦਾ ਕੇਸ ਇੱਕ ਓਪਨ ਵਰਕ ਪਰਮਿਟ ਜਿਹੜਾ ਪ੍ਰੋਸੈਸ ਗਵਰਨਮੈਂਟ ਨੇ ਸਟੂਡੈਂਟਸ ਜਿਹੜੇ ਕੈਨੇਡਾ ਪੜ੍ਹ ਰਹੇ ਨੇ ਉਹਨਾਂ ਦੇ ਇੰਡੀਆ ਰਹਿੰਦੇ ਸਪਾਊਸ ਵਾਸਤੇ ਬਣਾਏ ਨੇ, ਉਹਦੇ ਅੰਡਰ ਤੁਸੀਂ ਅਪਲਾਈ ਕਰ ਸਕਦੇ ਹੋ ਬੜੇ ਹੀ ਨੋਮੀਨਲ ਚਾਰजेस ਦੇ ਵਿੱਚ। 1 ਸਾਲ ਦਾ ਓਪਨ ਵਰਕ ਪਰਮਿਟ ਲੱਗ ਕੇ ਆਊਗਾ, ਉਸ ਤੋਂ ਬਾਅਦ ਉਹ ਐਕਸਟੈਂਡੇਬਲ ਹੋਊਗਾ। ਓਪਨ ਵਰਕ ਪਰਮਿਟ ਤੇ ਵਰਕ ਪਰਮਿਟ ਦੇ ਵਿੱਚ ਇਹੀ ਫਰਕ ਆ, ਵੀਜ਼ਾ ਉਹ ਦੋਨਾਂ ਵਰਕ ਵੀਜ਼ਾ ਹੀ ਹੁੰਦਾ। ਇੱਕ 'ਚ ਤੁਸੀਂ ਬਾਉਂਡਡ ਵਰਕ ਪਰਮਿਟ 'ਤੇ ਜਾਂਦੇ ਆ, ਜਿੱਥੋਂ ਤੁਹਾਨੂੰ ਜੌਬ ਲੈਟਰ ਆਉਂਦੀ ਹੈ, ਤੁਸੀਂ ਉੱਥੇ ਜਾ ਕੇ ਕੰਮ ਕਰਦੇ ਹੋ। ਇੱਕ ਓਪਨ ਵਰਕ ਪਰਮਿਟ ਹੁੰਦਾ ਕਿ ਤੁਸੀਂ ਕਿਤੇ ਵੀ ਜਾ ਕੇ ਕੰਮ ਕਰਦੇ ਹੋ, ਤੁਹਾਡੇ ਕੋਲ ਗਵਰਨਮੈਂਟ ਦੀ ਫੁੱਲ ਟਾਈਮ ਵਰਕ ਦੀ ਅਥਾਰਟੀ ਆ ਜਾਂਦੀ ਹੈ 1 ਸਾਲ ਦੇ ਲਈ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੀ। ਜੇ ਕਿਸੇ ਦਾ ਕੋਈ ਵੀ ਕੁਐਰੀ ਹੋਈ, ਕਿਸੇ ਦਾ ਕੋਈ ਕੁਐਸਚਨ ਹੋਇਆ, ਮੈਨੂੰ ਇਨਬਾਕਸ ਕਰ ਸਕਦੇ ਹੋ। ਮੈਂ ਕੋਸ਼ਿਸ਼ ਕਰੂੰਗਾ ਐਸ ਸੂਨ ਐਸ ਪੋਸੀਬਲ ਤੁਹਾਨੂੰ ਰਿਵਰਟ ਦੇਣ ਦੀ। +2 ਵਾਲੇ ਸਟੂਡੈਂਟਸ ਲਈ ਫਿਰ ਹੱਥ ਬੰਨ੍ਹ ਕੇ ਬੇਨਤੀ ਆ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਆਪਦੇ ਸੁਪਨੇ ਦੁਨੀਆ ਨੂੰ ਦਿਮਾਗ ਦੇ ਵਿੱਚੋਂ ਕੱਢ ਕੇ ਸਿਰਫ ਪ੍ਰੈਕਟੀਕਲ ਲਾਈਫ ਜੋ ਕਿ ਤੁਹਾਡੇ ਐਗਜ਼ਾਮਸ ਨੇ, ਜੋ ਸਟੈਪਿੰਗ ਸਟੋਨਸ ਨੇ ਟੂਵਰਡਸ ਯੂਅਰ ਨੈਕਸਟ ਜਰਨੀ, ਉਹਦੇ ਵੱਲ ਧਿਆਨ ਦੇ ਕੇ ਉਹਦੇ ਵੱਲ ਫੋਕਸਡ ਹੋ ਕੇ ਚੰਗੇ ਨੰਬਰ ਲੈ ਕੇ ਪਾਸ ਹੋ ਕੇ ਆਓ। ਕੈਨੇਡਾ, ਆਸਟ੍ਰੇਲੀਆ, ਅਮਰੀਕਾ ਆਈ ਖੁੱਲੇ ਰਹਿਣੇ ਨੇ, ਕਿਤੇ ਨਹੀਂ ਜਿੰਦੇ ਲੱਗ ਜਾਣੇ ਉਹਨਾਂ ਨੂੰ, ਕਿਤੇ ਭੱਜਣ ਦੀ ਦੌੜ 'ਚ ਪੈਣ ਦੀ ਲੋੜ ਨਹੀਂ ਹੈ। ਜੇ ਸਤੰਬਰ ਸੈਸ਼ਨ ਲੰਘ ਜੂ, ਜਨਵਰੀ ਅਪਲਾਈ ਹੋ ਜਾਊਗਾ, ਆਪਾਂ ਨੂੰ ਬਹੁਤਾ ਰਸ਼ ਕਰਨ ਦੀ ਲੋੜ ਨਹੀਂ। ਬੜਾ ਹੀ ਸੋਚ ਸਮਝ ਕੇ ਫੈਸਲਾ ਲਿਓ ਤਾਂ ਜੋ ਤੁਹਾਡੀ ਆਉਣ ਵਾਲੀ ਜ਼ਿੰਦਗੀ ਸੁਖਮਈ ਹੋਵੇ, ਟੈਨਸ਼ਨਾਂ ਭਰੀ ਨਾ ਹੋਵੇ, ਸੁਖਮਈ ਹੋਵੇ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੀ। ਸਤਿ ਸ਼੍ਰੀ ਅਕਾਲ।